ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੋਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਨੰਦ ਸਾਹਿਬ ਦੀ ਆਖਰੀ ਪੌੜੀ ਦਾ ਪਾਠ, ਜੋ ਕਿ 40 ਨੰਬਰ ਪੌੜੀ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਕੋਈ ਵਿਰਲਾ ਹੀ ਐਸਾ ਸਿੱਖ ਹੋਏਗਾ ਜਿਹਨੂੰ ਇਸ ਪੌੜੀ ਦੀ ਸਮਝ ਨਾ ਹੋਵੇਗੀ ਔਰ ਜਿਹਨੂੰ ਇਹ ਪੌੜੀ ਨਾ ਆਉਂਦੀ ਹੋਏਗੀ। ਸਭ ਹੀ ਸਿੱਖ ਜਿਹੜੇ ਨੇ ਉਹਨਾਂ ਨੂੰ ਇਸ ਪੌੜੀ ਦਾ ਗਿਆਨ ਹੈ ਅਤੇ ਇਸ ਪੌੜੀ ਨੂੰ ਯਾਦ ਸਾਰੇ ਕਰੀ ਬੈਠੇ ਹੈ। ਪਰ ਅੱਜ ਇਸ ਪੌੜੀ ਦੀ ਵਿਆਖਿਆ ਆਪਾਂ ਸੁਣਨੀ ਹੈ ਕਿ ਸੱਚਮੁੱਚ ਸਤਿਗੁਰੂ ਨੇ ਇਸ ਪੌੜੀ 'ਚ ਕੀ ਕਿਹਾ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਕਹਿੰਦੇ ਇਹ ਵੱਡਿਆਂ ਭਾਗਾਂ ਵਾਲਿਓ, ਗੁਰੂ ਅਮਰਦਾਸ ਸਾਹਿਬ ਕਹਿ ਰਹੇ, ਹੇ ਵੱਡਿਆਂ ਭਾਗਾਂ ਵਾਲਿਓ, ਆਓ ਮੈਂ ਤੁਹਾਨੂੰ ਇਹ ਦੱਸਾਂ ਕਿ ਆਨੰਦ ਕੀ ਹੈ, ਆਨੰਦ ਦੀ ਅਵਸਥਾ ਕੀ ਹੈ। ਪੂਰੀ ਪੌੜੀ ਜਿਹੜੀ ਹੈ ਸ਼ਾਇਦ ਪੂਰੇ ਆਨੰਦ ਸਾਹਿਬ ਦੀ ਵਿਆਖਿਆ ਹੈ ਕੀ ਹੈ। ਹੁਣ ਵੇਖੋ, ਆਨੰਦ ਸਾਹਿਬ ਦੇ ਵਿੱਚ ਜਿਹੜੀਆਂ ਬਾਕੀ 39 ਪੌੜੀਆਂ ਨੇ, ਹਰ ਪੌੜੀ ਦੇ ਵਿੱਚ ਕੁਝ ਨਾ ਕੁਝ ਸਪੈਸ਼ਲ ਸਤਿਗੁਰੂ ਨੇ ਗੱਲ ਆਖੀ। ਸਾਹਿਬ ਨੇ ਆਖਿਆ ਜਦੋਂ ਜ਼ਿੰਦਗੀ ਦੇ ਵਿੱਚ ਖੁਸ਼ੀ ਆਉਂਦੀ ਹੈ, ਭਾਵ ਆਨੰਦ ਦੀ ਅਵਸਥਾ ਆਉਂਦੀ ਹੈ, ਇਨਸਾਨ ਦਾ ਅੰਦਰ ਖਿੜ ਜਾਂਦਾ। ਫਿਰ ਬੰਦੇ ਨੂੰ ਇਸ ਚੀਜ਼ ਦੀ ਸਮਝ ਲੱਗਦੀ ਹੈ ਕਿ ਉਹ ਪਰਮਾਤਮਾ ਜਿਹੜਾ ਸਦਾ ਸਥਿਰ ਰਹਿਣ ਵਾਲਾ, ਉਹ ਮੇਰੇ ਅੰਦਰ ਬਾਹਰ ਹੈ। ਉਹਨੂੰ ਪਾ ਕੇ ਮੇਰੇ ਸਾਰੇ ਦੁੱਖ ਵਿਸਰ ਜਾਂਦੇ ਨੇ। ਉਹਦੇ ਪੈਦਾ ਕੀਤੇ ਹੋਏ ਜੀਵ ਭਾਵੇਂ ਕਿ ਆਪਣੇ ਆਪ ਨੂੰ ਉਹ ਤੋਂ ਵੱਡਾ ਸਮਝਣ, ਪਰ ਕੋਈ ਉਹ ਤੋਂ ਵੱਡਾ ਨਹੀਂ। ਸੰਸਾਰ ਦੇ ਸਾਰੇ ਧਾਰਮਿਕ ਗ੍ਰੰਥ, ਸਿਮਰਤੀਆਂ, ਸ਼ਾਸਤਰ, ਵੇਦ, ਕਤੇਬ ਜਿੰਨੇ ਵੀ ਨੇ, ਸਭ ਉਹ ਤੋਂ ਥੱਲੇ, ਉਹ ਤੋਂ ਵੱਡਾ ਕੋਈ ਨਹੀਂ ਹੈ। ਸੱਚ ਦੀ ਸੋਝੀ ਸਾਰੇ ਹੀ ਦਿੰਦੇ ਹੈ, ਪਰ ਜੇ ਆਪਾਂ ਉਸ ਸੱਚ ਨੂੰ ਜ਼ਿੰਦਗੀ 'ਚ ਨਹੀਂ ਕਮਾਉਂਦੇ ਹਾਂ ਤਾਂ ਕੋਈ ਫਾਇਦਾ ਨਹੀਂ ਹੋਣਾ। ਸਰੀਰ ਦੀ ਗੱਲ ਕੀਤੀ ਤੇ ਮਹਾਰਾਜ ਨੇ ਕਿਹਾ, ਇਹ ਸਰੀਰ ਕਾਹਦੇ ਵਾਸਤੇ ਹੈ, ਇਹ ਅੱਖਾਂ ਕਾਹਦੇ ਵਾਸਤੇ ਨੇ, ਕੰਨ ਕਾਹਦੇ ਵਾਸਤੇ ਹੈ, ਇਹ ਜ਼ੁਬਾਨ ਕਾਹਦੇ ਵਾਸਤੇ ਹੈ, ਇਹ ਹੱਥ ਪੈਰ ਕਾਹਦੇ ਵਾਸਤੇ ਰੱਬ ਨੇ ਦਿੱਤੇ ਨੇ, ਚੰਗੇ ਕੰਮ ਕਰਨ ਵਾਸਤੇ। ਪਰ ਜੇ ਆਪਾਂ ਉਹਨਾਂ ਦਾ ਸਹੀ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਹਾਂ ਤਾਂ ਇਹ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਆਨੰਦ ਸਾਹਿਬ ਦੀ ਇਸ ਪਾਵਨ ਰਚਨਾ ਦੇ ਵਿੱਚ ਸਤਿਗੁਰੂ ਜੀ ਨੇ ਸੰਸਾਰ ਭਰ ਦੀਆਂ ਸਾਰੀਆਂ ਗਿਆਨ ਦੀਆਂ ਗੱਲਾਂ ਕਰ ਦਿੱਤੀਆਂ, ਪਰ ਕੀ ਸਿੱਖ ਨੇ ਸਮਝਿਆ? ਨਹੀਂ, ਬਹੁਤ ਘੱਟ ਲੋਕਾਂ ਨੇ ਸਮਝਿਆ। ਹੁਣ ਕੀ ਆਨੰਦ, ਕੀ ਹੈ ਆਨੰਦ? ਇਸ ਆਨੰਦ ਦੀ ਅਵਸਥਾ ਦੇ ਵਿੱਚ ਕੀ ਹੁੰਦਾ ਜੀ ਖਾਸ, ਇਹ ਸਮਝਣ ਵਾਲੀ ਗੱਲ ਹੈ। ਆਨੰਦ ਸੁਣੋ ਵੱਡ ਭਾਗੀ ਹੋ, ਵੱਡਿਆਂ ਭਾਗਾਂ ਵਾਲਿਓ, ਤੁਹਾਨੂੰ ਮੈਂ ਦੱਸਾਂ ਆਨੰਦ ਕੀ ਹੈ। ਸਗਲ ਮਨੋਰਥ ਪੂਰੇ। ਆਨੰਦ ਦੀ ਅਵਸਥਾ ਜਦੋਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਣਦੀ ਹੈ, ਉਸ ਟਾਈਮ ਬੰਦੇ ਦੇ ਜਿੰਨੀਆਂ ਦੌੜਾਂ ਨੇ, ਮਨ ਦੀਆਂ ਦੌੜਾਂ ਨੇ, ਖਤਮ ਹੋ ਜਾਂਦੀਆਂ। ਮਨੋਰਥ ਪੂਰੇ ਦਾ ਮਤਲਬ ਇਹ ਹੈ ਵੀ ਸਾਰੀ ਉਹਨੂੰ ਇੱਦਾਂ ਲੱਗਦਾ ਵੀ ਸਭ ਕੁਝ ਮਿਲ ਗਿਆ। ਹੁਣ ਜਦੋਂ ਬੰਦੇ ਨੂੰ ਕਦੇ ਇਹ ਨਾ ਲੱਗੇ ਵੀ ਘਾਟ ਹੈ ਜੀ ਅਜੇ ਜ਼ਿੰਦਗੀ ਵਿੱਚ, ਅਜੇ ਕੁਝ ਮਿਲਿਆ ਨਹੀਂ, ਕੁਝ ਚਾਹੀਦਾ, ਘਾਟ ਮਹਿਸੂਸ ਕਰੇ ਬੰਦਾ, ਉਹ ਅਵਸਥਾ ਆਨੰਦ ਦੀ ਨਹੀਂ। ਆਨੰਦ ਦੀ ਅਵਸਥਾ ਇਹ ਹੈ ਜਿੱਥੇ ਬੰਦੇ ਨੂੰ ਇਹ ਲੱਗੇ ਸਾਰੀ ਮਨੋਰਥ ਪੂਰੇ ਹੋ ਗਏ, ਹੁਣ ਮਨ ਦੀਆਂ ਦੌੜਾਂ ਖਤਮ ਹੋ ਗਈਆਂ।
ਜਦੋਂ ਮਨ ਦੌੜਨਾ ਛੱਡ ਦੇਗਾ, ਆਨੰਦ ਆ। ਆਨੰਦ ਕੀ ਹੈ? ਸਮਝ ਲੱਗ ਗਈ ਮੈਨੂੰ ਇਸ ਚੀਜ਼ ਦੀ। ਟਿਕਾਊ, ਟਿਕ ਜਾਣਾ ਹੀ ਆਨੰਦ ਹੈ। ਜਦੋਂ ਮੈਂ ਟਿਕ ਗਿਆ, ਮੈਂ ਆਨੰਦ ਵਿੱਚ ਹਾਂ। ਜਦੋਂ ਜੇ ਮੈਂ ਟਿਕਿਆ ਨਹੀਂ, ਮੈਂ ਆਨੰਦ ਵਿੱਚ ਨਹੀਂ ਹੈ। ਟਿਕਾਓ ਦਾ ਨਾਂ ਆਨੰਦ ਹੈ। ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਜਦੋਂ ਤੱਕ ਸਾਡੀ ਬੁੱਧੀ ਤ੍ਰਿਸ਼ਨਾਲੂ ਹੈ, ਉਦੋਂ ਤੱਕ ਆਪਾਂ ਆਨੰਦ ਦੇ ਵਿੱਚ ਨਹੀਂ ਹੈ। ਬੰਦੇ ਦੀ ਇਹ ਦੌੜ ਜ਼ਿੰਦਗੀ ਭਰ ਨਹੀਂ ਰਹਿੰਦੀ ਹੈ। ਇੱਕ ਟਾਈਮ ਆਉਂਦਾ ਜਦੋਂ ਬੰਦੇ ਦਾ ਸਰੀਰ ਸਾਥ ਛੱਡਣਾ ਬੰਦ ਕਰ ਦਿੰਦਾ। ਉੱਥੇ ਇਨਸਾਨ ਦਾ ਮਨ ਦੌੜਦਾ, ਫਿਰ ਸਰੀਰ ਨਹੀਂ ਦੌੜਦਾ। ਟਿਕੋ ਇੱਕ ਜਗ੍ਹਾ 'ਤੇ। ਇਹ ਸਮਝ ਲਓ ਬਹੁਤ ਕੁਝ ਮਿਲ ਗਿਆ, ਬਹੁਤ ਕੁਝ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਕੁਝ ਨਹੀਂ ਚਾਹੀਦਾ। ਹੁਣ ਇੱਕ ਸ਼ਬਦ ਹੈ ਮਹਾਰਾਜ ਦਾ ਸੁਖਮਨੀ ਸਾਹਿਬ ਦੇ ਵਿੱਚ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸਾਂਗੇ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਰੈ। ਅਖੀਰ 'ਚ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾਂ। ਜਿਨ੍ਹਾਂ ਨੂੰ ਚਾਰ ਪਦਾਰਥਾਂ ਦੀ ਲੋੜ ਹੈ, ਧਰਮ ਅਰਥ ਕਾਮ ਮੋਕਸ਼, ਇਹ ਹੁੰਦੇ ਚਾਰ। ਧਰਮ, ਅਰਥ ਪੈਸਾ, ਕਾਮ ਕਾਮਨਾਵਾਂ, ਅਤੇ ਮੋਕਸ਼ ਮੁਕਤੀ। ਜਿਹਨੂੰ ਕੋਈ ਮੇਰੀ ਵਡਿਆਈ ਚਾਹੀਦੀ ਹੈ, ਉਹ ਆਹ ਕੰਮ ਕਰੇ। ਜਿਹਨੂੰ ਆਹ ਚਾਰ ਪਦਾਰਥ ਚਾਹੀਦੇ ਨੇ, ਆਹ ਕਰ ਲਵੇ। ਕਹੀਏ ਨਾ ਸਾਰੀ ਗੱਲਾਂ, ਪਰ ਅਖੀਰ 'ਚ ਖੁਦ ਕੀ ਕਿਹਾ ਉਹਨਾਂ ਨੇ ਕਿ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਿ ਬਲ ਬਲ ਜਾਸਾਂ। ਮੈਂ ਉਹਦੇ ਤੋਂ ਸਦਕੇ ਹਾਂ ਜਿਹਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ, ਜਿਹਨੂੰ ਇਹ ਚਾਹੀਦਾ ਵੀ ਵਾਹਿਗੁਰੂ ਮੈਨੂੰ ਤੂੰ ਦਰਸ਼ਨ ਦੇ। ਜਿਹਦੇ ਅੰਦਰ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਵਾਲੀ ਅਵਸਥਾ ਪੈਦਾ ਹੁੰਦੀ। ਮੈਨੂੰ ਤੂੰ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਿੱਖ ਇਤਿਹਾਸ ਦੱਸਦਾ ਨਾ, ਗੁਰਦੇਵ ਜੀ ਦੇ ਕੋਲ ਸਿੱਖ ਆਉਂਦੇ ਆ। ਸਿੱਖ ਆ ਕੇ ਸਤਿਗੁਰੂ ਨੂੰ ਇਹੀ ਗੱਲ ਕਹਿੰਦੇ ਆ ਕਿ ਮਹਾਰਾਜ ਤੁਹਾਡਾ ਦਿੱਤਾ ਸਾਰਾ ਕੁਝ ਹੈ, ਬਸ ਹੁਣ ਆਪਣੇ ਚਰਨੀ ਲਾਓ। ਅਤੇ ਸਤਿਗੁਰੂ ਬਲਹਾਰ ਜਾਂਦੇ ਉਹਨਾਂ ਤੋਂ। ਅਤੇ ਜੇ ਆਪਾਂ ਲਿਸਟ ਕੱਢ ਕੇ ਬਹਿ ਜਾਈਏ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਦੇਖੋ, ਜੇ ਆਪਾਂ ਕਮੀ ਵੱਲ ਤੁਰ ਪਈਏ ਨਾ, ਤੇ ਕਮੀ ਤਾਂ ਕਦੇ ਪੂਰੀ ਨਹੀਂ ਹੁੰਦੀ। ਸੁਖਮਨੀ ਸਾਹਿਬ ਵਿੱਚ ਇਹ ਗੱਲ ਆਖੀ ਹੋਈ ਹੈ ਕਿ ਬੰਦੇ ਦੀ ਤ੍ਰਿਸ਼ਨਾ ਅੱਗ ਵਰਗੀ ਹੈ। ਜਿਵੇਂ ਅੱਗ ਦੀ ਭੁੱਖ ਨਹੀਂ ਨਾ ਕਦੇ ਖਤਮ ਹੁੰਦੀ, ਬੰਦੇ ਦੇ ਮਨ ਦੀ ਭੁੱਖ ਕਦੇ ਨਹੀਂ ਖਤਮ ਹੁੰਦੀ। ਇਹ ਸੱਚ ਹੈ। ਜਿਵੇਂ ਅੱਗ ਵਿੱਚ ਸਾਰਾ ਸੰਸਾਰ ਸਾੜ ਦਿਓ, ਫਿਰ ਉਹਨੂੰ ਪੁੱਛੋ ਰੱਜ ਗਈ? ਨਹੀਂ ਰੱਜਦੀ। ਉਹ ਪੂਰੀ ਦੁਨੀਆ ਦੇ ਦਿਓ ਬੰਦੇ ਨੂੰ, ਬੰਦਾ ਰੱਜਦਾ ਬਿਲਕੁਲ ਨਹੀਂ। ਸਾਹਿਬ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਵੀ ਇਹ ਗੱਲ ਆਖੀ, ਸਪਸ਼ਟ ਤੌਰ 'ਤੇ ਆਖੀ, ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਪਾਰ। ਜਿਹੜਾ ਬੰਦਾ ਤ੍ਰਿਸ਼ਨਾਲੂ ਬੁੱਧੀ ਵਾਲਾ ਹੈ, ਉਹਦੀ ਭੁੱਖ ਕਦੇ ਖਤਮ ਨਹੀਂ ਹੁੰਦੀ। ਭਾਵੇਂ ਸਾਰੇ ਸੰਸਾਰ ਦੀਆਂ ਚੀਜ਼ਾਂ ਗੰਢਾਂ ਬੰਨ੍ਹ ਕੇ ਉਹਦੇ ਸਾਹਮਣੇ ਰੱਖ ਦਿਓ, ਉਹਨੇ ਤਦ ਵੀ ਭੁੱਖੇ ਹੀ ਰਹਿਣਾ। ਉਹ ਕਦੇ ਨਹੀਂ ਰੱਜੇਗਾ, ਕਦੇ ਨਹੀਂ ਰੱਜੇਗਾ ਉਹ। ਪਰ ਸੰਤੋਖੀ ਬਿਰਤੀ ਵਾਲਾ ਹੋਣਾ ਸਭ ਕੁਝ ਹੈ। ਹੁਣ ਬਾਪੂ ਜੀ ਨੇ ਆਪਣੀ ਪਾਉਣ ਬਾਣੀ ਵਿੱਚ ਵੀ ਲਿਖਿਆ, ਜਿਵੇਂ ਬਾਬਾ ਫਰੀਦ ਸਾਹਿਬ ਨੇ ਆਖਿਆ, ਕਹਿੰਦੇ ਨੇ ਜਿਹੜਾ ਦਰਵੇਸ਼ ਹੈ ਨਾ, ਉਹਦੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ? ਦਰਵੇਸ਼ ਦੀ ਜ਼ਿੰਦਗੀ ਵਿੱਚ ਜਿਰਾਂਦ ਹੋਣੀ ਚਾਹੀਦੀ, ਰੁੱਖਾਂ ਵਰਗੀ। ਰੁੱਖਾਂ ਵਰਗੀ ਜਿਰਾਂਦ ਹੋਵੇ। ਹੁਣ ਰੁੱਖਾਂ ਦੇ ਨਾਲ ਤਸ਼ਬੀਹ ਕਿਉਂ ਦਿੱਤੀ? ਟਿਕ ਗਏ ਨੇ ਇੱਕ ਜਗ੍ਹਾ 'ਤੇ। ਉਹ ਸਾਡੇ ਵਾਂਗੂ ਭੁੱਖੋਂ ਨਹੀਂ ਕਰਦੇ। ਧਰਤੀ ਦਾ ਥੋੜ੍ਹਾ ਹਿੱਸਾ ਚਾਹੀਦਾ ਉਹਨਾਂ ਨੂੰ। ਉੱਥੇ ਵਧੀ ਜਾਂਦੇ, ਉੱਥੇ ਵਧੀ ਜਾਂਦੇ, ਉੱਥੇ ਹੀ ਪੈਦਾ ਹੁੰਦੇ, ਉੱਥੇ ਮਰ ਜਾਂਦੇ। ਲੇਕਿਨ ਉਹਦੇ ਬਦਲੇ ਬਹੁਤ ਥੋੜ੍ਹੀ ਜਗ੍ਹਾ ਲੈ ਕੇ ਸਾਨੂੰ ਜ਼ਿੰਦਗੀ ਦਿੰਦੇ। ਕੀ? ਆਕਸੀਜਨ ਦਿੰਦੇ ਆ। ਆਕਸੀਜਨ ਦਿੰਦੇ, ਸਾਨੂੰ ਸਾਹ ਦਿੰਦੇ, ਸਾਨੂੰ ਠੰਡ ਦਿੰਦੇ ਆ, ਸਾਨੂੰ ਫਲ ਦਿੰਦੇ ਆ, ਸਾਨੂੰ ਪੱਤੇ ਦਿੰਦੇ ਆ, ਸਾਨੂੰ ਤਰੋ ਤਾਜ਼ਗੀ ਦੀ ਦਾਤ ਦਿੰਦੇ। ਬੰਦਾ ਕੀ ਦਿੰਦਾ? ਬੰਦਾ ਗਾਂਧੀ ਦਿੰਦਾ। ਗਾਂਧੀ ਪਾਉਂਦਾ ਅਤੇ ਗਾਂਧੀ ਦਿੰਦਾ। ਬੰਦੇ ਦੇ ਅੰਦਰ ਟਿਕਾਓ ਨਹੀਂ ਆਉਂਦਾ ਹੈ। ਪੂਰੀ ਪਾਉਣ ਬਾਣੀ ਪੜ੍ਹ ਲਓ, ਸਾਹਿਬ ਨੇ ਹਰ ਜਗ੍ਹਾ 'ਤੇ ਗੱਲ ਲਿਖੀ ਹੋਈ ਹੈ। ਨਹੀਂ ਬੰਦੇ ਅੰਦਰ ਟਿਕਾਓ। ਸੋ ਜਦੋਂ ਆਪਾਂ ਟਿਕ ਗਏ ਇੱਕ ਜਗ੍ਹਾ 'ਤੇ, ਟਿਕਾਓ ਆ ਗਿਆ ਜ਼ਿੰਦਗੀ 'ਚ, ਲਾਈਫ 'ਚ, ਅਤੇ ਇਹ ਸਮਝ ਲੱਗ ਗਈ ਕਿ ਹੁਣ ਸਾਰੀਆਂ ਹੀ ਭੁੱਖਾਂ ਖਤਮ ਹੋ ਗਈਆਂ, ਸਾਰੀਆਂ ਲੋੜਾਂ ਖਤਮ ਹੋ ਗਈਆਂ, ਕੁਝ ਨਹੀਂ ਚਾਹੀਦਾ। ਮੈਂ ਕਈ ਵਾਰ ਤੁਹਾਡੇ ਨਾਲ ਸਾਖੀ ਸਾਂਝੀ ਕੀਤੀ। ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਬਹੁਤ ਗਰੀਬ ਹੈ। ਉਹਦੇ ਘਰ ਦੇ ਵਿੱਚ ਇੱਕ ਕੋਈ ਆ ਗਿਆ ਲੋੜਵੰਦ ਨੇ ਆ ਕੇ ਦਰਵਾਜ਼ਾ ਖੜਕਾਇਆ। ਕਹਿੰਦਾ 3 ਦਿਨਾਂ ਤੋਂ ਭੁੱਖਾਂ ਕੁਝ ਹੈ। ਉਹ ਕਹਿੰਦੇ ਵੀ ਜੋ ਅਸੀਂ ਖਾਵਾਂਗੇ ਤੈਨੂੰ ਖਵਾ ਦਿੰਦੇ ਹਾਂ। ਘਰ ਵਿੱਚ ਉਹਨੂੰ ਅੰਦਰ ਲਿਆਂਦਾ,
ਤੇ ਧਰਮ ਪਤਨੀ ਨੇ ਰੋਟੀਆਂ ਲਾਈਆਂ, ਕਹਿੰਦੇ ਮਸਾਂ ਹੀ 2-3 ਰੋਟੀਆਂ ਲੱਥੀਆਂ ਹੋਣਗੀਆਂ, ਆਟਾ ਥੋੜ੍ਹਾ ਜਿਹਾ ਸੀ, ਤੇ ਉਹ ਉਹਨੂੰ ਖਵਾ ਦਿੱਤੀਆਂ। ਤੇ ਉਹਦੇ ਤੋਂ ਬਾਅਦ ਜਦੋਂ ਉਹਨੇ ਖਾ ਲਈਆਂ ਨਾ, ਤੇ ਉਹਨੇ ਅਰਦਾਸ ਇਹ ਕੀਤੀ ਕਿ ਗੁਰੂ ਦਿਆ ਸਿੱਖਾ, ਤੈਨੂੰ ਗੁਰੂ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ। ਤੇ ਆਪ ਉਹ ਦੋਨੋਂ ਦੰਪਤੀ ਜੋੜਾ ਪਾਣੀ ਦਾ ਗਲਾਸ ਪੀ ਕੇ ਸੌਂ ਗਿਆ। ਲੇਕਿਨ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਆਏਗਾ ਉਹਨੂੰ ਖਾਲੀ ਨਹੀਂ ਜਾਣ ਦੇਣਾ। ਤੇ ਰੋਏ ਧੋਏ ਨਹੀਂ, ਅਰਦਾਸ ਇਹ ਕੀਤੀ ਕਿ ਮਾਲਕ, ਦਿਨ ਵੀ ਤੇਰੇ ਭਾਣੇ 'ਚ ਸੁੱਖ ਆਰਾਮ ਦਾ ਬਤੀਤ ਹੋਇਆ, ਰਾਤ ਵੀ ਤੇਰੇ ਭਾਣੇ ਦੇ ਵਿੱਚ ਸੁੱਖ ਆਰਾਮ ਦੀ ਹੀ ਲੰਘੇਗੀ, ਤੂੰ ਕਿਰਪਾ ਕਰੀ। ਭੁੱਖ ਨਾ ਹੋਵੇ ਜ਼ਿੰਦਗੀ ਦੇ ਵਿੱਚ। ਰੱਜ ਜਾਣਾ ਬਹੁਤ ਜ਼ਰੂਰੀ ਹੈ, ਪਰ ਰੱਜਦਾ ਕੌਣ ਹੈ? ਕੌਣ ਰੱਜਦਾ? ਜਿਹੜਾ ਇਹ ਸਮਝ ਲਏ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਗਈ, ਸਾਰਾ ਕੁਝ ਹੀ ਮਾਲਕ ਤੂੰ ਦਿੱਤਾ ਹੋਇਆ। ਅੱਗੇ ਪੜ੍ਹਦੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਵੇਖੋ, ਪਾਰ ਬ੍ਰਹਮ ਪ੍ਰਭ ਪਾਇਆ, ਜਦੋਂ ਉਹ ਪ੍ਰਭੂ, ਜਦੋਂ ਉਹ ਪਰਮਾਤਮਾ ਪਾਰ ਬ੍ਰਹਮ ਨਿਰੰਕਾਰ ਰੌਸ਼ਨੀ ਰੂਪ ਵਾਹਿਗੁਰੂ, ਜਦੋਂ ਮੈਂ ਉਹਦੀ ਪ੍ਰਾਪਤੀ ਕਰ ਲਈ, ਫਿਰ ਕੀ ਹੋਇਆ? ਉਤਰੇ ਸਗਲ ਵਸੂਰੇ। ਵਸੂਰੇ ਭਾਵ ਸਾਰੀ ਚਿੰਤਾ, ਸਾਰੀ ਝੋਰੇ, ਡਿਪਰੈਸ਼ਨ, ਬਿਮਾਰੀਆਂ, ਦਿਮਾਗੀ ਸਭ ਖਤਮ ਹੋ ਗਈਆਂ। ਆਨੰਦ ਦੀ ਅਵਸਥਾ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਉੱਥੇ ਉਹਦੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ, ਬੰਦਾ ਚਿੰਤਾ, ਝੋਰੇ, ਇਹ ਚੀਜ਼ਾਂ ਤੋਂ ਦੂਰ ਚਲਾ ਜਾਂਦਾ, ਨਿਕਲ ਜਾਂਦਾ ਬੰਦੇ ਦਿਮਾਗ 'ਚੋਂ ਚੀਜ਼ਾਂ ਸਾਰੀਆਂ। ਉੱਥੇ ਜਾ ਕੇ ਬੰਦਾ ਬਸ ਆਨੰਦ ਚਿੱਤ ਹੈ। ਉੱਥੇ ਜਾ ਕੇ ਇਹ ਨਹੀਂ ਹੁੰਦਾ ਵੀ ਮੈਂ ਜੀ ਮਰ ਗਿਆ ਨਾ। ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਪਿਆਰਿਓ। ਚਿੰਤਾ ਝੋਰੇ ਸਭ ਖਤਮ। ਉੱਥੇ ਬੰਦਾ ਨਾਮ ਜਪਦਾ, ਕਿਰਤਕਾਰ ਕਰਦਾ, ਬਾਣੀ ਪੜ੍ਹਦਾ, ਵੰਡ ਕੇ ਛਕਦਾ, ਤੇ ਉਹ ਕਹਿੰਦਾ ਮੈਂ ਆਪਣਾ ਕੰਮ ਕਰੀ ਜਾਣਾ, ਬਾਕੀ ਰੱਬ ਜਾਣੇ, ਮੈਂ ਐਵੇਂ ਝੋਰੇ 'ਚ ਮਰੀ ਜਾਵਾਂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਜਦੋਂ ਉਹਦੀ ਸਿਫਤ ਸਲਾਹ ਨੂੰ ਆਪਣੇ ਕੰਨਾਂ ਦੇ ਨਾਲ ਉਹ ਸੁਣਦਾ, ਉਹਦੇ ਵਿੱਚ ਮਸਤ ਹੋ ਜਾਂਦਾ, ਤੇ ਸਾਰੀ ਦੁੱਖ ਰੋਗ ਕਲੇਸ਼ ਮਿਟ ਜਾਂਦੇ ਆ ਪਿਆਰਿਓ, ਨਹੀਂ ਰਹਿੰਦੇ। ਭਾਵ ਆਨੰਦ ਦੀ ਅਵਸਥਾ ਵਿੱਚ ਬੰਦੇ ਦੀ ਮਹਿਸੂਸ ਕਰਨ ਦੀ ਇਹ ਸ਼ਕਤੀ ਦੁੱਖਾਂ ਨੂੰ, ਰੋਗਾਂ ਨੂੰ, ਕਸ਼ਟਾਂ ਨੂੰ, ਕਲੇਸ਼ਾਂ ਨੂੰ ਖਤਮ ਹੋ ਜਾਂਦੀ ਹੈ, ਤੇ ਉਹ ਬਹੁਤ ਉੱਚਾ ਹੋ ਜਾਂਦਾ। ਉਹ ਸੁੱਖਾਂ ਤੋਂ, ਦੁੱਖਾਂ ਤੋਂ ਬਹੁਤ ਉੱਚਾ ਹੋ ਜਾਂਦਾ, ਕਿਉਂਕਿ ਆਨੰਦ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਹੈ, ਸਭਨਾ ਤੋਂ ਉੱਤੇ। ਤੁਰੀ ਅਵਸਥਾ ਗੁਰਮੁਖ ਪਾਈ ਹੈ। ਇਹ ਅਵਸਥਾ ਬਹੁਤ ਉੱਚੀ ਹੈ ਤੇ ਗੁਰੂ ਦੇ ਸਿੱਖਾਂ ਨੂੰ ਪ੍ਰਾਪਤ ਹੁੰਦੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਜਦੋਂ ਪੂਰੇ ਸੰਪੂਰਨ ਸਤਿਗੁਰੂ ਤੋਂ ਇਹ ਅਕਲ ਆ ਜਾਂਦੀ ਹੈ, ਤਾਂ ਫਿਰ ਕੀ ਹੁੰਦਾ ਜੀ? ਉਹ ਜਿਹੜੇ ਰੱਬ ਦੇ ਪਿਆਰੇ ਹੈ, ਸੰਤ ਸਾਜਨ ਹੈ, ਰੱਬ ਦੇ ਜਿਹੜੇ ਪਿਆਰੇ ਹੈ, ਉਹ ਭਏ ਸਰਸੇ। ਸਰਸੇ ਦਾ ਮਤਲਬ ਸਰਸਾ ਸ਼ਹਿਰ ਨਹੀਂ ਹੈਗਾ। ਸਰਸੇ ਦਾ ਮਤਲਬ ਹੈ ਜਿਹੜੇ ਆਤਮਕ ਆਨੰਦ ਦਾ ਨੱਕਾ ਨੱਕ ਭਰ ਜਾਂਦੇ। ਸਰਸੇ ਨੱਕਾ ਨੱਕ ਭਰ ਗਏ, ਉਹਨਾਂ ਦਾ ਜਿਹੜਾ ਅੰਦਰ ਉਹ ਨੱਕਾ ਨੱਕ ਭਰ ਗਿਆ। ਇੱਥੇ ਥੋੜ੍ਹਾ ਜਿਹਾ ਰੁਕ ਕੇ ਮੈਂ ਤੁਹਾਨੂੰ ਕਹਿ ਦੇਵਾਂ, ਇਹਨੂੰ ਸਰਸੇ ਬੋਲਣਾ, ਸਰਸੇ ਨਹੀਂ ਬੋਲਣਾ, ਸਰਸੇ ਨਹੀਂ ਬੋਲਣਾ, ਸਰਸੇ। ਇਹਨੂੰ ਗੁਰਮੀਤ ਰਾਮ ਰਹੀਮ ਵਰਗੇ ਦੁਸ਼ਟਾਂ ਨੇ, ਪਾਪੀਆਂ ਨੇ ਆਪਣੇ ਨਾਲ ਜੋੜਿਆ ਹੈ ਐਸੇ ਸ਼ਬਦ ਨੂੰ, ਵੀ ਸੰਤ ਸਾਜਨ ਸਰਸੇ ਹੈ। ਨਹੀਂ, ਸਰਸਾ ਸ਼ਹਿਰ ਨਹੀਂ ਥੇ, ਸਰਸੇ ਭਾਵ ਆਤਮਕ ਆਨੰਦ ਦੇ ਵਿੱਚ ਨੱਕਾ ਨੱਕ ਭਰੇ ਹੋਏ। ਉਹਨਾਂ ਚੋਰਾਂ ਦੁਸ਼ਟਾਂ ਨੇ ਇਹਨਾਂ ਸ਼ਬਦਾਂ ਨੂੰ ਨਹੀਂ ਛੱਡਿਆ, ਧੱਕੇ ਨਾਲ ਹੀ ਆਪਣੇ ਨਾਲ ਜੋੜ ਲਿਆ, ਭਾਵ ਭੁਲੇਖਾ ਦਿੱਤਾ। ਜਿਹੜਾ ਪੂਰੇ ਸਤਿਗੁਰੂ ਮੁਤਾਬਕ ਤੁਰਦਾ ਹੈ, ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਆਤਮਕ ਆਨੰਦ ਨਾਲ ਨੱਕਾ ਨੱਕ ਭਰ ਜਾਂਦਾ ਹੈ। ਫਿਰ ਉਹ ਜੇਲ੍ਹਾਂ ਜੁਲ੍ਹਾਂ 'ਚ ਥੋੜ੍ਹੀ ਜਾ ਕੇ ਕੱਟਦੇ ਆ, ਤੇ ਬਲਾਤਕਾਰੀ ਥੋੜ੍ਹੀ ਹੁੰਦੇ ਆ। ਹਾਂਜੀ, ਬਲਾਤਕਾਰੀ ਥੋੜ੍ਹੀ ਹੁੰਦੇ ਆ। ਤੇ ਉਹ ਇਹਨਾਂ ਟੈਨਸ਼ਨਾਂ 'ਚ ਥੋੜ੍ਹੀ ਰਾਤ ਨੂੰ ਮਰਦੇ ਰਹਿੰਦੇ, ਮੇਰੀ ਦਾੜੀ ਚਿੱਟੀ ਹੋ ਗਈ ਤੇ ਮੈਨੂੰ ਕਾਲੀ ਕਰਨ ਦੇ ਲਈ ਚੀਜ਼ਾਂ ਦਿਓ ਲਿਆ ਕੇ। ਉਹ ਇਹੋ ਜਿਹੇ ਕੰਮ ਨਹੀਂ ਕਰਦੇ, ਉਹ ਤਾਂ ਰੰਗ ਰੱਤੇ ਹੁੰਦੇ ਆ ਰੱਬ ਦੇ ਪਿਆਰੇ। ਅੱਗੇ ਪੜ੍ਹਦੇ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਹੁਣ ਆਹ ਜਿਹੜੀ ਬਾਣੀ ਹੈ, ਕਹਿੰਦੇ ਆਤਮਕ ਆਨੰਦ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਨੂੰ ਜਿਹੜਾ ਸੁਣਦਾ ਉਹ ਵੀ ਪਵਿੱਤਰ, ਜਿਹੜਾ ਕਹਿੰਦਾ ਉਹ ਵੀ ਪਵਿੱਤਰ। ਪੁਨੀਤ ਤੇ ਪਵਿੱਤਰ ਦਾ ਇੱਕ ਹੀ ਅਰਥ ਹੈ, ਭਾਵ ਪਵਿੱਤ ਹੋ ਜਾਣਾ, ਉੱਚੇ ਸੁੱਚੇ ਜੀਵਨ ਵਾਲਾ ਹੋ ਜਾਣਾ। ਸਤਿਗੁਰ ਰਹਿਆ ਭਰਪੂਰੇ, ਤੇ ਉਹਨਾਂ ਨੂੰ ਨਾ ਇਸ ਚੀਜ਼ ਦੀ ਸਮਝ ਜਦੋਂ ਲੱਗ ਜਾਂਦੀ ਹੈ, ਅੰਦਰ ਬਾਹਰ ਉਹਨਾਂ ਦਾ ਉੱਚਾ ਹੋ ਜਾਂਦਾ, ਤੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਲੱਗ ਜਾਂਦੀ ਹੈ ਵੀ ਹੁਣ ਹਰ ਚੀਜ਼ ਵਿੱਚ ਗੁਰੂ ਹੀ ਹੈ। ਉਹ ਚੰਗਾ ਮਾੜਾ ਨਹੀਂ ਦੇਖਦੇ ਹੈ, ਉਹ ਊਚ ਨੀਚ ਨਹੀਂ ਦੇਖਦੇ, ਉਹ ਸਭਨਾ 'ਚ ਨਿਰੰਕਾਰ ਨੂੰ, ਸਤਿਗੁਰੂ ਨੂੰ ਵੇਖਦੇ ਹੈ। ਵਾਹਿਗੁਰੂ ਰੂਪ ਸਤਿਗੁਰੂ ਸਭ ਜਗ੍ਹਾ 'ਤੇ ਉਹਨਾਂ ਨੂੰ ਇੱਕ ਸਮਾਨ ਦਿਸਦਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ।
ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਮੈਂ ਬੇਨਤੀ ਕਰਦਾ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਐ ਉਹਨਾਂ ਦੇ ਅੰਦਰ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਪੈਂਦੇ ਆ, ਭਾਵ ਉਹਨਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ, ਆਤਮਿਕ ਆਨੰਦ ਦੇ ਮਾਲਕ ਬਣ ਜਾਂਦੇ ਨੇ ਤੇ ਵਾਹਿਗੁਰੂ ਦੇ ਘਰੋਂ ਉਹਨਾਂ ਨੂੰ ਉਹ ਦਾਤਾਂ ਮਿਲ ਜਾਂਦੀਆਂ ਨੇ ਜਿਹੜੀਆਂ ਦਾਤਾਂ ਹਾਰੀ ਸਾਰੀ ਬੰਦਾ ਪ੍ਰਾਪਤ ਨਹੀਂ ਕਰਦਾ, ਲੇਕਿਨ ਉਹ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦੇ ਬੋਲ ਪਵਿੱਤਰ ਹੋ ਜਾਂਦੇ ਹੈ, ਉਹਨਾਂ ਦੇ ਕਰਮ ਪਵਿੱਤਰ ਹੋ ਜਾਂਦੇ ਹੈ, ਉਹਨਾਂ ਦਾ ਅੰਦਰਲਾ ਬਾਹਰਲਾ ਪਵਿੱਤਰ ਹੋ ਜਾਂਦਾ। ਜ਼ਿੰਦਗੀ ਦਾ ਆਤਮਿਕ ਆਨੰਦ ਮਾਣਦੇ ਹਾਂ, ਸਹੀ ਮਾਇਨੇ 'ਚ ਉਹ ਜ਼ਿੰਦਗੀ ਦਾ ਰਸ ਕੀ ਹੁੰਦਾ ਹੈ ਉਹਦੀ ਪ੍ਰਾਪਤੀ ਉਹ ਕਰ ਲੈਂਦੇ ਹੈ। ਉਹ ਝੂਰਦੇ ਨਹੀਂ ਹੈ, ਉਹ ਕਲਪਦੇ ਨਹੀਂ ਹੈ, ਉਹ ਦੁਖੀ ਨਹੀਂ ਹੁੰਦੇ ਹੈ, ਉਹ ਹਰ ਗੱਲ ਦੇ ਉੱਤੇ ਰੋਂਦੇ ਨਹੀਂ ਹੈ, ਉਹ ਬੜੇ ਉੱਚੇ ਹੋ ਜਾਂਦੇ ਹੈ, ਹੱਸੂ ਹੱਸੂ ਕਰਦੇ ਰਹਿੰਦੇ ਹੈ, ਖਿੜੇ ਹੀ ਰਹਿੰਦੇ ਹੈ ਫੁੱਲਾਂ ਵਾਂਗੂ। ਸੋ ਆਓ ਪਿਆਰਿਓ, ਇਹ 40 ਪੌੜੀਆਂ ਦੀ ਆਪਾਂ ਵਿਆਖਿਆ ਗੁਰੂ ਦੀ ਕਿਰਪਾ ਨਾਲ ਹੁਣ ਤੱਕ ਕੀਤੀ ਹੈ। ਗੁਰੂ ਅਮਰਦਾਸ ਤੁਹਾਡੇ ਸਾਡੇ ਸਾਰਿਆਂ ਉੱਤੇ ਮਿਹਰ ਭਰੇ ਹੱਥ ਰੱਖੇ, ਜਿਹਦੀ ਪਾਵਨ ਬਾਣੀ ਦੀ ਵਿਆਖਿਆ ਅਸੀਂ ਕੀਤੀ ਹੈ। ਤੇ ਜੇਕਰ ਪਾਵਨ ਬਾਣੀ ਦੀ ਵਿਆਖਿਆ ਕਰਦਿਆਂ ਭੁੱਲਾਂ ਗਲਤੀਆਂ ਹੋਈਆਂ ਨੇ ਤਾਂ ਗੁਰੂ ਅਮਰਦਾਸ ਸਾਹਿਬ ਖਿਮਾ ਕਰਨ ਤੇ ਆਉਣ ਵਾਲੇ ਸਮੇਂ 'ਚ ਮਿਹਰ ਭਰੇ ਹੱਥ ਰੱਖ ਕੇ ਫਿਰ ਆਪਣੀ ਪਾਵਨ ਬਾਣੀ ਦੀ ਵਿਚਾਰ ਇਸੇ ਤਰ੍ਹਾਂ ਕੰਟੀਨਿਊਜ ਕਰਵਾਉਂਦੇ ਰਹਿਣ। ਤੇ ਜਿਹੜੀ ਸੰਗਤ ਜੁੜੀ ਰਹੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।